ਹੈਲੋ एवरीवन, आई एम एस पी ਬਰਾੜ। ਅੱਜ ਅਸੀਂ BA 2 ਸਮੈਸਟਰ 3 ਦੀ ਹਿਸਟਰੀ ਆਫ ਇੰਡੀਆ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਵਿੱਚ ਲਗਾਈ ਗਈ ਹੈ ਦਾ ਪਹਿਲਾ ਚੈਪਟਰ ਬ੍ਰਿਟਿਸ਼ ਸ਼ਾਸਨ ਦੀ ਸਥਾਪਨਾ, ਜਿਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਪਲਾਸੀ ਦੀ ਲੜਾਈ ਬਾਰੇ ਪੜਾਂਗੇ। ਇਹ ਪਲਾਸੀ ਦੀ ਲੜਾਈ ਕਿਵੇਂ ਲੱਗੀ, ਇਸ ਦੇ ਕੀ ਕਾਰਨ ਸਨ ਅਤੇ ਇਸ ਦੇ ਕੀ ਸਿੱਟੇ ਨਿਕਲੇ, ਇਸ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਜਾਣਾਂਗੇ। 1756 ਈਸਵੀ ਵਿੱਚ ਬੰਗਾਲ ਦੇ ਨਵਾਬ ਅਲੀ ਵਰਦੀ ਖਾਂ ਦੀ ਮੌਤ ਤੋਂ ਬਾਅਦ ਉਸ ਦਾ ਦੋਹਤਰਾ ਸਿਰਾਜੁਦੌਲਾ ਬੰਗਾਲ ਦੀ ਰਾਜਗੱਦੀ 'ਤੇ ਬੈਠਿਆ। ਉਸ ਦੇ ਗੱਦੀ 'ਤੇ ਬੈਠਣ ਦੇ ਛੇਤੀ ਹੀ ਮਗਰੋਂ ਕਈ ਕਾਰਨਾਂ ਕਰਕੇ ਉਸ ਦੇ ਤੇ ਅੰਗਰੇਜ਼ਾਂ ਦੇ ਆਪਸੀ ਸਬੰਧ ਬੜੀ ਤੇਜ਼ੀ ਨਾਲ ਵਿਗੜਨੇ ਸ਼ੁਰੂ ਹੋ ਗਏ। ਇਸ ਕਾਰਨ ਦੋਹਾਂ ਵਿਚਾਲੇ 1757 ਈਸਵੀ ਵਿੱਚ ਪਲਾਸੀ ਦੀ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ। ਅੰਗਰੇਜ਼ਾਂ ਦੀ ਇਸ ਲੜਾਈ ਵਿੱਚ ਜਿੱਤ ਦੇ ਭਾਰਤੀ ਇਤਿਹਾਸ 'ਤੇ ਬੜੇ ਦੂਰਗਾਮੀ ਪ੍ਰਭਾਵ ਪਏ। ਆਓ ਹੁਣ ਇਸ ਦੇ ਕਾਰਨਾਂ ਬਾਰੇ ਜਾਣੀਏ। ਇਸ ਦਾ ਪਹਿਲਾ ਕਾਰਨ ਸੀ ਸਿਰਾਜੁਦੌਲਾ ਦਾ ਵਿਵਾਦਪੂਰਨ ਉੱਤਰਾਧਿਕਾਰ। ਨਵਾਬ ਅਲੀ ਵਰਦੀ ਖਾਂ ਦਾ ਆਪਣਾ ਕੋਈ ਪੁੱਤਰ ਨਹੀਂ ਸੀ। ਉਸ ਦੀਆਂ 3 ਧੀਆਂ ਸਨ। 1756 ਈਸਵੀ ਵਿੱਚ ਆਪਣੀ ਮੌਤ ਤੋਂ ਪਹਿਲਾਂ ਅਲੀ ਵਰਦੀ ਖਾਂ ਨੇ ਆਪਣੀ ਸਭ ਤੋਂ ਛੋਟੀ ਧੀ ਦੇ ਪੁੱਤਰ ਸਿਰਾਜੁਦੌਲਾ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਹ ਗੱਲ ਉਸ ਦੀਆਂ ਹੋਰਨਾਂ 2 ਧੀਆਂ ਅਤੇ ਜਵਾਈਆਂ ਨੂੰ ਚੰਗੀ ਨਾ ਲੱਗੀ। ਫਿਰ ਵੀ ਜਦੋਂ ਤੱਕ ਅਲੀ ਵਰਦੀ ਖਾਂ ਜਿਉਂਦਾ ਰਿਹਾ, ਕਿਸੇ ਨੇ ਵੀ ਉਸ ਦਾ ਵਿਰੋਧ ਕਰਨ ਦੀ ਹਿੰਮਤ ਨਾ ਕੀਤੀ। ਉਸ ਦੀ ਮੌਤ ਤੋਂ ਬਾਅਦ ਅਲੀ ਵਰਦੀ ਖਾਂ ਦੀ ਵੱਡੀ ਧੀ ਘਸੀਟੀ ਬੇਗਮ ਅਤੇ ਉਸ ਦਾ ਇੱਕ ਦੋਹਤਾ ਸ਼ੌਕਤ ਜੰਗ ਨੇ ਗੱਦੀ ਲਈ ਆਪਣੇ ਆਪਣੇ ਦਾਅਵੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਇਸ ਘਰੇਲੂ ਜੰਗ ਨੇ ਨਵਾਬ ਸਿਰਾਜੁਦੌਲਾ ਦੀ ਸਥਿਤੀ 'ਤੇ ਡਾਵਾਂਡੋਲ ਬਣਾ ਦਿੱਤਾ। ਅੰਗਰੇਜ਼ ਅਜਿਹੀ ਸਥਿਤੀ ਦਾ ਲਾਭ ਉਠਾ ਕੇ ਬੰਗਾਲ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਵੇਖ ਰਹੇ ਸੀ। ਦੂਜਾ ਕਾਰਨ ਸੀ ਸਿਰਾਜੁਦੌਲਾ ਦੇ ਵਿਰੋਧੀਆਂ ਨੂੰ ਅੰਗਰੇਜ਼ਾਂ ਵੱਲੋਂ ਸਹਾਇਤਾ। ਅੰਗਰੇਜ਼ ਕਾਫੀ ਸਮੇਂ ਤੋਂ ਬੰਗਾਲ ਉੱਤੇ ਆਪਣਾ ਕਬਜ਼ਾ ਕਰਨ ਦੀ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਇਹ ਮੌਕਾ ਉਹਨਾਂ ਨੇ ਸਿਰਾਜੁਦੌਲਾ ਦੇ ਵਿਵਾਦਪੂਰਨ ਉੱਤਰਾਧਿਕਾਰ ਤੋਂ ਮਿਲ ਗਿਆ। ਅੰਗਰੇਜ਼ਾਂ ਨੇ ਨਵਾਬ ਸਿਰਾਜੁਦੌਲਾ ਦੇ ਵਿਰੋਧੀਆਂ ਦੀ ਸਹਾਇਤਾ ਕਰਕੇ ਉਸ ਦੇ ਰਾਹ ਵਿੱਚ ਕੰਡੇ ਪੈਦਾ ਕਰ ਦਿੱਤੇ। ਨਵਾਬ ਸਿਰਾਜੁਦੌਲਾ ਨੇ ਇਸ ਸੰਬੰਧੀ ਅੰਗਰੇਜ਼ਾਂ ਤੋਂ ਕਈ ਵਾਰੀ ਪੁੱਛਗਿੱਛ ਕੀਤੀ, ਪਰ ਉਹ ਹਰ ਵਾਰੀ ਗੋਲ-ਮੋਲ ਜਵਾਬ ਦਿੰਦੇ ਰਹੇ। ਇਸ ਕਾਰਨ ਨਵਾਬ ਸਿਰਾਜੁਦੌਲਾ ਅੰਗਰੇਜ਼ਾਂ ਦਾ ਕੱਟੜ ਵੈਰੀ ਬਣ ਗਿਆ। ਇਸ ਦਾ ਤੀਜਾ ਕਾਰਨ ਸੀ ਕਲਕੱਤੇ ਦੀ ਕਿਲ੍ਹੇਬੰਦੀ। ਬੰਗਾਲ ਦੀ ਵਪਾਰਕ ਪੱਖ ਤੋਂ ਬੜੀ ਮਹੱਤਤਾ ਸੀ। ਇਸ ਲਈ ਅੰਗਰੇਜ਼ ਅਤੇ ਫਰਾਂਸੀਸੀ ਦੋਵੇਂ ਬੰਗਾਲ ਨੂੰ ਆਪਣੇ ਅਧੀਨ ਕਰਨ ਲਈ ਯਤਨਸ਼ੀਲ ਸਨ। ਇਸ ਉਦੇਸ਼ ਨਾਲ ਉਹਨਾਂ ਨੇ ਕਲਕੱਤੇ ਵਿੱਚ ਕਿਲ੍ਹੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨਵਾਬ ਸਿਰਾਜੁਦੌਲਾ ਇਸ ਗੱਲ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ, ਕਿਉਂਕਿ ਇਸ ਨਾਲ ਉਸ ਦੇ ਰਾਜ ਨੂੰ ਭਾਰੀ ਖਤਰਾ ਪੈਦਾ ਹੋ ਸਕਦਾ ਸੀ। ਇਸ ਲਈ ਉਸਨੇ ਦੋਨਾਂ ਸ਼ਕਤੀਆਂ ਨੂੰ ਕਿਲ੍ਹੇਬੰਦੀ ਨਾ ਕਰਨ ਲਈ ਕਿਹਾ। ਫਰਾਂਸੀਸੀਆਂ ਨੇ ਤਾਂ ਸਿਰਾਜੁਦੌਲਾ ਦੀ ਗੱਲ ਮੰਨ ਲਈ ਪਰ ਅੰਗਰੇਜ਼ਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਅੰਗਰੇਜ਼ ਅਤੇ ਨਵਾਬ ਸਿਰਾਜੁਦੌਲਾ ਵਿਚਕਾਰ ਆਪਸੀ ਤਣਾਅ ਹੋਰ ਵੱਧ ਗਿਆ। ਚੌਥਾ ਕਾਰਨ ਸੀ ਵਪਾਰਿਕ ਅਧਿਕਾਰਾਂ ਦੀ ਦੁਰਵਰਤੋਂ। 1717 ਈਸਵੀ ਵਿੱਚ ਮੁਗਲ ਬਾਦਸ਼ਾਹ ਫਰਖਸ਼ੀਰ ਨੇ ਅੰਗਰੇਜ਼ੀ ਕੰਪਨੀ ਨੂੰ 3000 ਸਾਲਾਨਾ ਕਰ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਪਰ ਕੰਪਨੀ ਦੇ ਕਰਮਚਾਰੀਆਂ ਨੇ ਇਸ ਅਧਿਕਾਰ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੇ ਨਿੱਜੀ ਵਪਾਰ 'ਤੇ ਕੋਈ ਕਰ ਨਹੀਂ ਦਿੰਦੇ ਸੀ। ਇਸ ਤੋਂ ਇਲਾਵਾ ਉਹਨਾਂ ਭਾਰਤੀਆਂ ਤੋਂ ਰਿਸ਼ਵਤ ਲੈ ਕੇ ਉਹਨਾਂ ਦੇ ਮਾਲ ਨੂੰ ਵੀ ਕੰਪਨੀ ਦਾ ਮਾਲ ਕਹਿ ਕੇ ਕਰ ਦੇਣਾ ਬੰਦ ਕਰ ਦਿੱਤਾ ਸੀ। ਸਿਰਾਜੁਦੌਲਾ ਅਜਿਹੀ ਹਾਲਤ ਕਦੀ ਸਹਿਣ ਨਹੀਂ ਕਰ ਸਕਦਾ ਸੀ, ਕਿਉਂਕਿ ਇਸ ਕਾਰਨ ਉਸ ਦੇ ਖਜ਼ਾਨੇ ਨੂੰ ਬਹੁਤ ਘਾਟਾ ਪੈ ਰਿਹਾ ਸੀ। ਇਸ ਲਈ ਸਿਰਾਜੁਦੌਲਾ ਨੇ ਇਸ ਦਿਸ਼ਾ ਵਿੱਚ ਸਖਤ ਕਦਮ ਚੁੱਕਣ ਦਾ ਫੈਸਲਾ ਕਰ ਲਿਆ। ਪੰਜਵਾਂ ਕਾਰਨ ਸੀ ਕ੍ਰਿਸ਼ਨਦਾਸ ਦਾ ਮਾਮਲਾ। ਕ੍ਰਿਸ਼ਨਦਾਸ ਦੇ ਮਾਮਲੇ ਨੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ। ਉਹ ਵਿੱਤੀ ਮੰਤਰੀ ਰਾਜ ਬੱਲਭ ਦਾ ਪੁੱਤਰ ਸੀ। ਰਾਜ ਬੱਲਭ ਨੇ ਲੱਖਾਂ ਰੁਪਏ ਦਾ ਮਾਲ ਗਬਨ ਕਰ ਲਿਆ ਸੀ। ਜਦੋਂ ਨਵਾਬ ਸਿਰਾਜੁਦੌਲਾ ਨੂੰ ਇਸ ਬਾਰੇ ਰਾਜ ਬੱਲਭ ਦੇ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਸਾਰਾ ਖਜ਼ਾਨਾ ਆਪਣੇ ਪੁੱਤਰ ਕ੍ਰਿਸ਼ਨਦਾਸ ਨੂੰ ਦੇ ਕੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਭੇਜ ਦਿੱਤਾ। ਸਿਰਾਜੁਦੌਲਾ ਦੇ ਵਾਰ-ਵਾਰ ਕਹਿਣ 'ਤੇ ਵੀ ਅੰਗਰੇਜ਼ਾਂ ਨੇ ਕ੍ਰਿਸ਼ਨਦਾਸ ਨੂੰ ਨਵਾਬ ਦੇ ਹਵਾਲੇ ਨਾ ਕੀਤਾ। 6ਵਾਂ ਕਾਰਨ ਸੀ ਕਲਕੱਤੇ 'ਤੇ ਕਬਜ਼ਾ ਅਤੇ ਬਲੈਕ ਹੋਲ ਦੀ ਦੁਰਘਟਨਾ। ਅੰਗਰੇਜ਼ਾਂ ਦੇ ਵਿਵਹਾਰ ਤੋਂ ਤੰਗ ਆ ਕੇ ਨਵਾਬ ਸਿਰਾਜੁਦੌਲਾ ਨੇ ਪਹਿਲਾਂ ਕਾਸਿਮ ਬਾਜ਼ਾਰ ਅਤੇ ਫਿਰ 20 ਜੂਨ 1756 ਈਸਵੀ ਨੂੰ ਕਲਕੱਤੇ ਉੱਤੇ ਕਬਜ਼ਾ ਕਰ ਲਿਆ। ਇਸ ਹਮਲੇ ਦੇ ਦੌਰਾਨ ਨਵਾਬ ਸਿਰਾਜੁਦੌਲਾ ਨੇ 146 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਨੂੰ ਸਜ਼ਾ ਦੇਣ ਲਈ 18 ਫੁੱਟ ਲੰਮੇ ਅਤੇ 10 ਫੁੱਟ ਚੌੜੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸਾਹ ਘੁੱਟੇ ਜਾਣ ਕਾਰਨ 123 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸਿਰਫ 23 ਵਿਅਕਤੀ ਹੀ ਜਿੰਦਾ ਬਚ ਸਕੇ। ਇਸ ਬਲੈਕ ਹੋਲ ਦੁਰਘਟਨਾ ਨੂੰ ਆਧੁਨਿਕ ਇਤਿਹਾਸਕਾਰ ਭਾਵੇਂ ਠੀਕ ਨਹੀਂ ਮੰਨਦੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮਨਘੜਤ ਕਹਾਣੀ ਅੰਗਰੇਜ਼ਾਂ ਨੇ ਕੇਵਲ ਨਵਾਬ ਸਿਰਾਜੁਦੌਲਾ ਨੂੰ ਬਦਨਾਮ ਕਰਨ ਲਈ ਘੜੀ ਸੀ। 8ਵਾਂ ਕਾਰਨ ਸੀ ਅੰਗਰੇਜ਼ਾਂ ਦੁਆਰਾ ਕਲਕੱਤੇ 'ਤੇ ਮੁੜ ਕਬਜ਼ਾ। ਜਿਸ ਸਮੇਂ ਕਲਕੱਤੇ ਦੇ ਕਬਜ਼ੇ ਬਾਰੇ ਅਤੇ ਬਲੈਕ ਹੋਲ ਦੀ ਦੁਰਘਟਨਾ ਬਾਰੇ ਅੰਗਰੇਜ਼ਾਂ ਨੂੰ ਪਤਾ ਚੱਲਿਆ ਤਾਂ ਉਹ ਭੜਕ ਉੱਠੇ। ਉਹਨਾਂ ਨੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਕਲਕੱਤੇ 'ਤੇ ਮੁੜ ਕਬਜ਼ਾ ਕਰਨ ਦਾ ਫੈਸਲਾ ਕੀਤਾ। ਇਸ ਉਦੇਸ਼ ਨਾਲ ਅੰਗਰੇਜ਼ਾਂ ਨੇ ਇੱਕ ਫੌਜ ਐਡਮਿਰਲ ਵਾਟਸਨ ਅਤੇ ਕਰਨਲ ਕਲਾਈਵ ਦੇ ਅਧੀਨ ਕਲਕੱਤੇ ਭੇਜੀ।
ਇਸ ਫੌਜ ਨੇ ਥੋੜ੍ਹੇ ਜਿਹੇ ਮੁਕਾਬਲੇ ਤੋਂ ਬਾਅਦ 2 ਜਨਵਰੀ 1757 ਈਸਵੀ ਨੂੰ ਕਲਕੱਤੇ 'ਤੇ ਮੁੜ ਕਬਜ਼ਾ ਕਰ ਲਿਆ। ਇਸ ਲਈ ਮਜਬੂਰ ਹੋ ਕੇ ਸਿਰਾਜੂਦੌਲਾ ਨੇ ਅੰਗਰੇਜ਼ਾਂ ਨਾਲ ਅਲੀ ਨਗਰ ਦੀ ਸੰਧੀ ਕਰ ਲਈ। ਇਸ ਸੰਧੀ ਦੇ ਅਨੁਸਾਰ ਸਿਰਾਜੂਦੌਲਾ ਨੇ ਅੰਗਰੇਜ਼ਾਂ ਨੂੰ ਕਲਕੱਤੇ ਦੀ ਕਿਲ੍ਹਾਬੰਦੀ ਅਤੇ ਕੰਪਨੀ ਨੂੰ ਸਿੱਕੇ ਬਣਾਉਣ ਦੀ ਆਗਿਆ ਦੇ ਦਿੱਤੀ। ਇਸ ਸੰਧੀ ਨਾਲ ਅੰਗਰੇਜ਼ਾਂ ਦਾ ਸਨਮਾਨ ਵੱਧ ਗਿਆ। 8ਵਾਂ ਕਾਰਨ ਸੀ ਅਲੀ ਨਗਰ ਦੀ ਸੰਧੀ। ਕਲਕੱਤੇ 'ਤੇ ਅੰਗਰੇਜ਼ਾਂ ਦਾ ਦੁਬਾਰਾ ਕਬਜ਼ਾ ਹੋ ਜਾਣ ਕਾਰਨ ਸਿਰਾਜੂਦੌਲਾ ਨੂੰ ਕਾਫੀ ਗੁੱਸਾ ਚੜ੍ਹਿਆ। ਉਸਨੇ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਦਾ ਫੈਸਲਾ ਕਰ ਲਿਆ ਅਤੇ ਇਸ ਉਦੇਸ਼ ਨਾਲ ਉਹ ਕਲਕੱਤੇ ਵੱਲ ਚੱਲ ਪਿਆ। ਕਲਾਈਵ ਨੇ ਅਚਾਨਕ ਹਮਲਾ ਕਰਕੇ ਸਿਰਾਜੂਦੌਲਾ ਦੀ ਫੌਜ ਨੂੰ ਹਰਾ ਦਿੱਤਾ। ਸਿੱਟੇ ਵਜੋਂ 9 ਫਰਵਰੀ 1757 ਈਸਵੀ ਨੂੰ ਨਵਾਬ ਸਿਰਾਜੂਦੌਲਾ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ। ਇਸ ਸੰਧੀ ਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਜੋ ਇਸ ਪ੍ਰਕਾਰ ਸੀ। ਮੁਗਲ ਬਾਦਸ਼ਾਹ ਵੱਲੋਂ ਅੰਗਰੇਜ਼ੀ ਕੰਪਨੀ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰ ਜਾਰੀ ਰਹਿਣਗੇ। ਨੰਬਰ 2, ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਵਪਾਰ ਕਰਨ ਦਾ ਅਧਿਕਾਰ ਜਾਰੀ ਰਹੇਗਾ। ਨੰਬਰ 3, ਅੰਗਰੇਜ਼ੀ ਕੰਪਨੀ ਨੂੰ ਪਹੁੰਚੇ ਹਰ ਤਰ੍ਹਾਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾਵੇਗਾ। ਨੰਬਰ 4, ਅੰਗਰੇਜ਼ ਬਿਨਾਂ ਕਿਸੇ ਰੁਕਾਵਟ ਦੇ ਕਲਕੱਤੇ ਦੀ ਕਿਲ੍ਹਾਬੰਦੀ ਕਰ ਸਕਣਗੇ। ਨੰਬਰ 5, ਕੰਪਨੀ ਨੂੰ ਆਪਣੇ ਸਿੱਕੇ ਬਣਾਉਣ ਦਾ ਅਧਿਕਾਰ ਹੋਵੇਗਾ। ਨੰਬਰ 6, ਇਹਨਾਂ ਸ਼ਰਤਾਂ ਦੇ ਬਦਲੇ ਅੰਗਰੇਜ਼ਾਂ ਨੇ ਨਵਾਬ ਸਿਰਾਜੂਦੌਲਾ ਨੂੰ ਸੁਰੱਖਿਆ ਦਾ ਵਚਨ ਦਿੱਤਾ। ਇਸ ਸੰਧੀ ਨਾਲ ਅੰਗਰੇਜ਼ਾਂ ਦਾ ਮਾਣ ਕਾਫੀ ਵੱਧ ਗਿਆ। 9ਵਾਂ ਕਾਰਨ ਸੀ ਚੰਦਰ ਨਗਰ 'ਤੇ ਕਬਜ਼ਾ। ਕਲਾਈਵ ਨੂੰ ਖਤਰਾ ਸੀ ਕਿ ਕਿਧਰੇ ਚੰਦਰ ਨਗਰ ਦੇ ਫਰਾਂਸੀਸੀ ਨਵਾਬ ਸਿਰਾਜੂਦੌਲਾ ਨਾਲ ਨਾ ਮਿਲ ਜਾਣ। ਇਸ ਕਾਰਨ ਸਿਰਾਜੂਦੌਲਾ ਨਾਲ ਸੰਧੀ ਕਰਨ ਮਗਰੋਂ ਕਲਾਈਵ ਨੇ ਚੰਦਰ ਨਗਰ 'ਤੇ ਹਮਲਾ ਕਰਕੇ ਉਸ 'ਤੇ 23 ਮਾਰਚ 1757 ਈਸਵੀ ਨੂੰ ਕਬਜ਼ਾ ਕਰ ਲਿਆ। 10ਵਾਂ ਕਾਰਨ ਸੀ ਨਵਾਬ ਦੇ ਵਿਰੁੱਧ ਸਾਜ਼ਿਸ਼। ਚੰਦਰ ਨਗਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਨਵਾਬ ਸਿਰਾਜੂਦੌਲਾ ਦੇ ਹਿੱਤ ਲਈ ਬੜਾ ਹਾਨੀਕਾਰਕ ਸੀ। ਇਸ ਲਈ ਕਲਾਈਵ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਨਵਾਬ ਕਿਸੇ ਸਮੇਂ ਵੀ ਭੁੱਖੇ ਸ਼ੇਰ ਵਾਂਗ ਅੰਗਰੇਜ਼ਾਂ 'ਤੇ ਹਮਲਾ ਕਰ ਸਕਦਾ ਹੈ। ਇਸ ਲਈ ਕਲਾਈਵ ਨੇ ਨਵਾਬ ਸਿਰਾਜੂਦੌਲਾ ਦੇ ਸੈਨਾਪਤੀ ਮੀਰ ਜਾਫਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਇੱਕ ਗੁਪਤ ਸੰਧੀ ਕੀਤੀ। ਇਸ ਸੰਧੀ ਅਨੁਸਾਰ ਇਹ ਫੈਸਲਾ ਹੋਇਆ ਕਿ ਅੰਗਰੇਜ਼ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦੇਵੇਗਾ ਅਤੇ ਮੀਰ ਜਾਫਰ ਆਪਣੀਆਂ ਫੌਜਾਂ ਸਮੇਤ ਅੰਗਰੇਜ਼ਾਂ ਨਾਲ ਜਾ ਮਿਲੇਗਾ। ਉਹ ਹਰਜਾਨੇ ਵਜੋਂ 1 ਕਰੋੜ ਰੁਪਇਆ ਕੰਪਨੀ ਨੂੰ ਅਤੇ 50 ਲੱਖ ਰੁਪਇਆ ਅੰਗਰੇਜ਼ਾਂ ਨੂੰ ਦੇਵੇਗਾ। ਉਹ ਕੰਪਨੀ ਨੂੰ ਕੁਝ ਇਲਾਕਾ ਇਨਾਮ ਵਜੋਂ ਦੇਵੇਗਾ। ਉਹ ਫੜੇ ਗਏ ਫਰਾਂਸੀਸੀਆਂ ਅਤੇ ਉਹਨਾਂ ਦੀ ਸੰਪਤੀ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇਗਾ। ਇਸ ਤਰ੍ਹਾਂ ਨਵਾਬ ਸਿਰਾਜੂਦੌਲਾ ਦਾ ਤਖਤਾ ਉਲਟਾਉਣ ਦੀ ਸਾਜ਼ਿਸ਼ ਤਿਆਰ ਕਰ ਲਈ ਗਈ। ਇਹ ਸੀ ਪਲਾਸੀ ਦੀ ਲੜਾਈ ਦੇ ਕੁਝ ਕਾਰਨ। ਆਓ ਹੁਣ ਇਸ ਦੀਆਂ ਘਟਨਾਵਾਂ ਬਾਰੇ ਜਾਣੀਏ। ਅੰਗਰੇਜ਼ਾਂ ਨੇ ਨਵਾਬ ਸਿਰਾਜੂਦੌਲਾ ਨਾਲ ਲੜਾਈ ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰਨ ਤੋਂ ਬਾਅਦ ਉਸ 'ਤੇ ਅਲੀ ਨਗਰ ਦੀ ਸੰਧੀ ਦੀਆਂ ਸਖਤ ਸ਼ਰਤਾਂ ਨੂੰ ਭੰਗ ਕਰਨ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ। ਨਵਾਬ ਸਿਰਾਜੂਦੌਲਾ ਨੇ ਇਸ ਦੋਸ਼ ਦਾ ਖੰਡਨ ਕੀਤਾ। ਕਲਾਈਵ ਅਤੇ ਨਵਾਬ ਸਿਰਾਜੂਦੌਲਾ ਦੋਹਾਂ ਦੀਆਂ ਫੌਜਾਂ ਆਪੋ ਆਪਣੀ ਕਿਸਮਤ ਦਾ ਫੈਸਲਾ ਕਰਨ ਲਈ ਪਲਾਸੀ ਦੇ ਮੈਦਾਨ ਵਿੱਚ ਪਹੁੰਚੀਆਂ। ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਕੋਲ ਕੇਵਲ 3200 ਸੈਨਿਕ ਸੀ ਅਤੇ ਨਵਾਬ ਸਿਰਾਜੂਦੌਲਾ ਕੋਲ 50,000 ਸੈਨਿਕ ਸੀ। ਲੜਾਈ ਦੇ ਸ਼ੁਰੂ ਹੁੰਦਿਆਂ ਹੀ ਨਵਾਬ ਸਿਰਾਜੂਦੌਲਾ ਦੇ 3 ਗਦਾਰ ਸੈਨਾਪਤੀ ਮੀਰ ਜਾਫਰ, ਰਾਏ ਦੁਰਲੱਭ ਅਤੇ ਜਨਰਲ ਲਤੀਫ ਖਾਂ ਅੰਗਰੇਜ਼ਾਂ ਨਾਲ ਰਲ ਗਿਆ। ਕੇਵਲ ਮੀਰ ਮਦਾਨ ਹੀ ਨਵਾਬ ਪ੍ਰਤੀ ਵਫਾਦਾਰ ਰਿਹਾ। ਉਸ ਦੀ ਛੇਤੀ ਹੀ ਇੱਕ ਗੋਲਾ ਲੱਗਣ ਕਾਰਨ ਮੌਤ ਹੋ ਗਈ। ਇਹ ਵੇਖ ਕੇ ਨਵਾਬ ਸਿਰਾਜੂਦੌਲਾ ਰਣਖੇਤਰ ਤੋਂ ਦੌੜ ਗਿਆ, ਪਰ ਉਸ ਨੂੰ ਮੀਰ ਜਾਫਰ ਦੇ ਪੁੱਤਰ ਮੀਰਨ ਨੇ ਫੜ ਕੇ ਕਤਲ ਕਰ ਦਿੱਤਾ। ਪਲਾਸੀ ਦੀ ਲੜਾਈ ਕੇਵਲ ਨਾਮ ਮਾਤਰ ਹੀ ਸੀ। ਇਸ ਵਿੱਚ ਅੰਗਰੇਜ਼ਾਂ ਦੇ 29 ਅਤੇ ਨਵਾਬ ਸਿਰਾਜੂਦੌਲਾ ਦੇ 500 ਸੈਨਿਕ ਮਾਰੇ ਗਏ। ਪਲਾਸੀ ਦੀ ਲੜਾਈ ਦੇ ਕੀ ਸਿੱਟੇ ਨਿਕਲੇ? ਅਸਲ ਵਿੱਚ ਪਲਾਸੀ ਦੀ ਲੜਾਈ ਕੋਈ ਵੱਡੀ ਲੜਾਈ ਨਹੀਂ ਸੀ। ਅੰਗਰੇਜ਼ਾਂ ਨੇ ਇਸ ਨੂੰ ਧੋਖੇ ਨਾਲ ਜਿੱਤਿਆ ਸੀ, ਪਰੰਤੂ ਇਸ ਦੇ ਸਿੱਟੇ ਇੰਨੇ ਮਹੱਤਵਪੂਰਨ ਸਨ ਕਿ ਇਸ ਲੜਾਈ ਦੀ ਗਿਣਤੀ ਭਾਰਤੀ ਇਤਿਹਾਸ ਦੀਆਂ ਫੈਸਲਾਕੁਨ ਲੜਾਈਆਂ ਵਿੱਚ ਕੀਤੀ ਜਾਣ ਲੱਗੀ। ਇਸ ਦੇ ਮੁੱਖ ਸਿੱਟੇ ਇਹ ਸੀ। ਨੰਬਰ 1, ਨਵਾਬ ਸਿਰਾਜੂਦੌਲਾ ਮਾਰਿਆ ਗਿਆ ਅਤੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਂ ਨਵਾਬ ਬਣਾ ਦਿੱਤਾ ਗਿਆ। ਨੰਬਰ 2, ਮੀਰ ਜਾਫਰ ਨੂੰ ਕੰਪਨੀ ਅਤੇ ਉੱਚ ਅੰਗਰੇਜ਼ ਅਫਸਰਾਂ ਨੂੰ ਬਹੁਤ ਸਾਰਾ ਧਨ ਦੇ ਕੇ ਖੁਸ਼ ਕਰਨਾ ਪਿਆ। ਨੰਬਰ 3, ਮੀਰ ਜਾਫਰ ਨੂੰ ਕੰਪਨੀ ਨੂੰ 24 ਪਰਗਣੇ ਦੀ ਜ਼ਿੰਮੇਦਾਰੀ ਸੌਂਪਣੀ ਪਈ। ਇਸ ਪ੍ਰਦੇਸ਼ ਤੋਂ ਉਸ ਨੂੰ 1.5 ਲੱਖ ਪਾਉਂਡ ਦੀ ਸਾਲਾਨਾ ਆਮਦਨ ਹੁੰਦੀ ਸੀ। ਨੰਬਰ 4, ਕੰਪਨੀ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਨੰਬਰ 5, ਕੰਪਨੀ ਨੂੰ ਬੰਗਾਲ ਅਤੇ ਸਿੱਕੇ ਚਲਾਉਣ ਦੀ ਆਗਿਆ ਮਿਲ ਗਈ। ਨੰਬਰ 6, ਪਲਾਸੀ ਦੀ ਲੜਾਈ ਕਲਾਈਵ ਨੇ ਜਿੱਤੀ ਸੀ, ਇਸ ਲਈ ਕੰਪਨੀ ਨੇ ਉਸ ਨੂੰ ਬੰਗਾਲ ਦਾ ਗਵਰਨਰ ਬਣਾ ਦਿੱਤਾ। ਆਓ ਇਸ ਦੇ ਮਹੱਤਵ ਬਾਰੇ ਜਾਣੀਏ। ਭਾਵੇਂ ਪਲਾਸੀ ਦੀ ਲੜਾਈ ਨਾ ਮਾਤਰ ਸੀ, ਪਰੰਤੂ ਇਸ ਦੇ ਭਾਰਤ ਦੇ ਇਤਿਹਾਸ 'ਤੇ ਬੜੇ ਦੂਰਗਾਮੀ ਪ੍ਰਭਾਵ ਪਏ। ਇਹਨਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ। ਨੰਬਰ 1, ਬੰਗਾਲ 'ਤੇ ਅੰਗਰੇਜ਼ਾਂ ਦਾ ਕੰਟਰੋਲ ਸਥਾਪਿਤ ਹੋਣਾ। ਪਲਾਸੀ ਦੀ ਲੜਾਈ ਪਿੱਛੋਂ ਸਿਰਾਜੂਦੌਲਾ ਦੇ ਸ਼ਾਸਨ ਦਾ ਅੰਤ ਹੋ ਗਿਆ ਅਤੇ ਅੰਗਰੇਜ਼ਾਂ ਨੇ ਉਸ ਦੀ ਥਾਂ 'ਤੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਉਹ ਅੰਗਰੇਜ਼ਾਂ ਦੇ ਹੱਥ ਵਿੱਚ ਇੱਕ ਕਠਪੁਤਲੀ ਮਾਤਰ ਸੀ। ਇਸ ਤਰ੍ਹਾਂ ਅੰਗਰੇਜ਼ ਬੰਗਾਲ ਦੇ ਅਸਲੀ ਮਾਲਕ ਬਣ ਗਏ। ਨੰਬਰ 2, ਆਰਥਿਕ ਲਾਭ। ਪਲਾਸੀ ਦੀ ਲੜਾਈ ਆਰਥਿਕ ਪੱਖੋਂ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਈ। ਉਹਨਾਂ ਨੇ ਨਾ ਸਿਰਫ ਮੀਰ ਜਾਫਰ ਕੋਲੋਂ ਲੱਖਾਂ ਰੁਪਏ ਤੋਹਫੇ ਦੇ ਰੂਪ ਵਿੱਚ ਲਏ, ਸਗੋਂ
24 ਪਰਗਣੇ ਦੀ ਜ਼ਿਮੀਂਦਾਰੀ ਵੀ ਪ੍ਰਾਪਤ ਕੀਤੀ। ਇਸ ਜ਼ਿਮੀਂਦਾਰ ਨਾਲ ਉਹਨਾਂ ਨੂੰ ਲੱਖਾਂ ਪਾਉਂਡਾਂ ਦਾ ਸਾਲਾਨਾ ਆਮਦਨ ਪ੍ਰਾਪਤ ਹੋਣ ਲੱਗੀ। ਇਸ ਤੋਂ ਇਲਾਵਾ ਕੰਪਨੀ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦੀ ਸਹੂਲਤ ਪ੍ਰਾਪਤ ਹੋਈ। ਇਹਨਾਂ ਕਾਰਨਾਂ ਨਾਲ ਅੰਗਰੇਜ਼ਾਂ ਦੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਆ ਗਿਆ। ਸਿੱਟੇ ਵਜੋਂ ਭਾਰਤ ਵਿੱਚ ਇੱਕ ਸ਼ਕਤੀਸ਼ਾਲੀ ਸੈਨਾ ਤਿਆਰ ਕਰਨ ਵਿੱਚ ਸਫਲ ਹੋਏ। ਤੀਜਾ ਮਹੱਤਵ ਸੀ ਭਾਰਤ ਦੀ ਜਿੱਤ ਦਾ ਰਾਹ ਤਿਆਰ ਕਰਨਾ। ਇਤਿਹਾਸਿਕ ਪੱਖ ਤੋਂ ਪਲਾਸੀ ਦੀ ਲੜਾਈ ਬਹੁਤ ਮਹੱਤਵਪੂਰਨ ਸੀ। ਇਸ ਲੜਾਈ ਨੂੰ ਜਿੱਤਣ ਪਿੱਛੋਂ ਅੰਗਰੇਜ਼ ਭਾਰਤੀ ਸ਼ਾਸਕਾਂ ਦੀ ਕਮਜ਼ੋਰੀ ਨੂੰ ਜਾਣ ਗਏ। ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸੱਤਾ ਦਾ ਲਾਲਚ ਦੇ ਕੇ ਉਹ ਹਰ ਥਾਂ ਮੀਰ ਜਾਫਰ ਵਰਗੇ ਗਦਾਰ ਲੱਭ ਸਕਦੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਜਾਣ ਗਏ ਕਿ ਉਹਨਾਂ ਦੀ ਥੋੜ੍ਹੀ ਸਿਖਲਾਈ ਪ੍ਰਾਪਤ ਕਰਨ ਸੈਨਾ ਅੱਗੇ ਭਾਰਤ ਦੀ ਵਿਸ਼ਾਲ ਸੈਨਾ ਨਹੀਂ ਟਿਕ ਸਕਦੀ। ਜਿਸ ਤਰ੍ਹਾਂ ਭਾਰਤ ਦੀ ਜਿੱਤ ਦਾ ਜਿਹੜਾ ਕੰਮ ਪਲਾਸੀ ਦੀ ਲੜਾਈ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਅਸੰਭਵ ਨਜ਼ਰ ਆਉਂਦਾ ਸੀ, ਹੁਣ ਉਹ ਸੰਭਵ ਨਜ਼ਰ ਆਉਣ ਲੱਗਾ। ਚੌਥਾ ਮਹੱਤਵ ਸੀ ਇਸਨੇ ਕੰਪਨੀ ਦੇ ਮਾਣ ਨੂੰ ਵਧਾ ਦਿੱਤਾ। ਪਲਾਸੀ ਦੀ ਲੜਾਈ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਸਿਰਫ ਇੱਕ ਵਪਾਰਕ ਕੰਪਨੀ ਸੀ, ਪਰੰਤੂ ਇਸ ਲੜਾਈ ਪਿੱਛੋਂ ਉਹ ਇੱਕ ਰਾਜਨੀਤਿਕ ਸ਼ਕਤੀ ਵੀ ਬਣ ਗਈ। ਉਹ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹੁੰਦੀ ਬੰਗਾਲ ਦਾ ਨਵਾਬ ਬਣਾ ਸਕਦੀ ਸੀ ਅਤੇ ਜਦੋਂ ਚਾਹੇ ਉਸ ਨੂੰ ਗੱਦੀ ਤੋਂ ਹਟਾ ਸਕਦੀ ਸੀ। ਇਸ ਕਾਰਨ ਦੂਸਰੀਆਂ ਯੂਰਪੀਅਨ ਕੰਪਨੀਆਂ ਦੇ ਮੁਕਾਬਲੇ ਉਸ ਦਾ ਮਾਣ ਬਹੁਤਾ ਵੱਧ ਗਿਆ। ਨੰਬਰ 5, ਬੰਗਾਲ ਨੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਨਿਰਣਾਇਕ ਭੂਮਿਕਾ ਨਿਭਾਈ। ਪਲਾਸੀ ਦੀ ਲੜਾਈ ਦਾ ਕਾਰਨ ਬੰਗਾਲ 'ਤੇ ਅੰਗਰੇਜ਼ਾਂ ਦਾ ਨਿਯੰਤਰਣ ਹੋ ਗਿਆ। ਬੰਗਾਲ ਤੋਂ ਅੰਗਰੇਜ਼ਾਂ ਨੂੰ ਜੋ ਵੱਡੀ ਧਨ ਰਾਸ਼ੀ ਮਿਲੀ, ਉਸ ਦੇ ਕਾਰਨ ਉਹ ਫਰਾਂਸੀਸੀ ਸ਼ਕਤੀ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ। ਇਸ ਤੋਂ ਇਲਾਵਾ ਭੂਗੋਲਿਕ ਪੱਖ ਤੋਂ ਬੰਗਾਲ ਦੀ ਸਥਿਤੀ ਬਹੁਤ ਮਹੱਤਵਪੂਰਨ ਹੋ ਗਈ। ਇਸ ਕਾਰਨ ਅੰਗਰੇਜ਼ ਇੱਥੋਂ ਫਰਾਂਸੀਸੀਆਂ ਵਿਰੁੱਧ ਸਫਲਤਾਪੂਰਨ ਕਾਰਵਾਈ ਕਰ ਸਕੇ। ਉੱਪਰਲੇ ਵੇਰਵੇ ਤੋਂ ਸਪਸ਼ਟ ਹੈ ਕਿ ਪਲਾਸੀ ਦੀ ਲੜਾਈ ਨਾਲ ਇਸ ਯੁੱਗ ਦਾ ਅੰਤ ਹੋਇਆ ਅਤੇ ਇੱਕ ਨਵੇਂ ਯੁੱਗ ਦਾ ਆਗਮਨ ਹੋਇਆ। ਕਰਨਲ G.B. ਮੈਲਸਨ ਦਾ ਇਹ ਵਿਚਾਰ ਬਿਲਕੁਲ ਠੀਕ ਹੈ ਕਿ ਕੋਈ ਵੀ ਅਜਿਹੀ ਲੜਾਈ ਨਹੀਂ ਹੋਈ ਜਿਸ ਦੇ ਸਿੱਟੇ ਇੰਨੇ ਵਿਸ਼ਾਲ ਅਤੇ ਸਥਾਈ ਨਿਕਲੇ। ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਡਾਕਟਰ S.N. ਸੇਨ ਦੇ ਅਨੁਸਾਰ 1757 ਈਸਵੀ ਵਿੱਚ ਬ੍ਰਿਟਿਸ਼ ਸਾਮਰਾਜ ਭਾਰਤ ਵਿੱਚ ਇੱਕ ਅਸਲੀਅਤ ਨਹੀਂ ਸੀ। ਇਸ ਸੰਬੰਧੀ ਕਾਫੀ ਕੁਝ ਕਿਹਾ ਜਾਣਾ ਅਜੇ ਬਾਕੀ ਸੀ, ਪਰ ਬੰਗਾਲ ਦੀ ਉਪਜਾਊ ਭੂਮੀ ਵਿੱਚ ਇਸ ਦਾ ਬੀਜ ਦਿੱਤਾ ਗਿਆ ਸੀ ਜੋ ਛੇਤੀ ਹੀ ਇੱਕ ਘਣੇ ਰੁੱਖ ਦਾ ਰੂਪ ਧਾਰਨ ਕਰ ਲਿਆ। ਇਹ ਸੀ ਪਲਾਸੀ ਦੀ ਲੜਾਈ ਦੇ ਸਿੱਟੇ, ਕਾਰਨ, ਘਟਨਾਵਾਂ ਅਤੇ ਮਹੱਤਵ। ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਬਕਸਰ ਦੀ ਲੜਾਈ ਬਾਰੇ ਪੜ੍ਹਾਂਗੇ। ਥੈਂਕ ਯੂ।